ਮੂਸੇਵਾਲਾ ਕਤਲकांड ਦੇ ਨਾਲ ਜੁੜੀਆਂ ਹੋਈਆਂ ਇਹ ਅਹਿਮ ਤਸਵੀਰਾਂ ਅਹਿਮ ਸੀਸੀਟੀਵੀ ਸਾਹਮਣੇ ਆਈ ਹੈ। ਇਸ ਸੀਸੀਟੀਵੀ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਸਭ ਤੋਂ ਅੱਗੇ ਅਲਟੋ ਕਾਰ ਨਜ਼ਰ ਆ ਰਹੀ ਹੈ। ਇਹ ਅਲਟੋ ਕਾਰ 29 ਤਰੀਕ ਨੂੰ ਜਿਸ ਦਿਨ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ, ਅੰਜਾਮ ਦੇਣ ਤੋਂ ਬਾਅਦ ਚ ਰਸਤੇ ਦੇ ਵਿੱਚੋਂ ਹੀ ਅਲਟੋ ਕਾਰ ਨੂੰ ਲੁੱਟਿਆ ਜਾਂਦਾ ਹੈ, ਖੋਇਆ ਜਾਂਦਾ ਤੇ ਇਸੇ ਹੀ ਕਾਰ ਦੇ ਵਿੱਚ ਸਵਾਰ ਹੋ ਕੇ ਬਦਮਾਸ਼ ਫਰਾਰ ਹੁੰਦੇ ਨੇ। ਉਸ ਦੇ ਪਿੱਛੇ ਬਲੈਰੋ ਗੱਡੀ ਵੀ ਨਜ਼ਰ ਆ ਰਹੀ ਹੈ। ਉਹ ਬਲੈਰੋ ਗੱਡੀ ਜਿਹੜੀ ਕਿ ਵਾਰਦਾਤ ਵੇਲੇ ਜਦੋਂ ਇਸੇ ਹੀ ਬਲੈਰੋ ਕਾਰ ਦੇ ਵਿੱਚ ਤੇ ਇੱਕ ਕਰੋਲਾ ਕਾਰ ਦੇ ਵਿੱਚ ਸਵਾਰ ਹੋ ਕੇ ਆਏ ਸਨ। ਹਾਲਾਂਕਿ ਇਹਨਾਂ ਤਸਵੀਰਾਂ ਦੇ ਵਿੱਚ ਕਰੋਲਾ ਕਾਰ ਨਹੀਂ, ਇਸ ਦਾ ਮਤਲਬ ਇਹ ਕੱਢਿਆ ਜਾ ਸਕਦਾ ਹੈ ਕਿ ਕਰੋਲਾ ਕਾਰ ਨੂੰ ਰਸਤੇ ਦੇ ਵਿੱਚ ਕਿਤੇ ਛੱਡ ਕੇ ਫਿਰ ਅਲਟੋ ਕਾਰ ਨੂੰ ਰਸਤੇ ਦੇ ਵਿੱਚ ਲੁੱਟਿਆ ਜਾਂਦਾ ਤੇ ਇਸੇ ਕਾਰ ਦੇ ਵਿੱਚ ਸਵਾਰ ਹੋ ਕੇ ਅੱਗੇ ਵਧਦੇ ਨੇ। ਹਾਲਾਂਕਿ ਬਲੈਰੋ ਗੱਡੀ ਜ਼ਰੂਰ ਪਿੱਛੇ ਨਜ਼ਰ ਆ ਰਹੀ ਹੈ ਇਸੇ ਕਰੋਲਾ ਕਾਰ ਦੇ ਵਿੱਚ ਤੇ ਬਲੈਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਮੁਲਜ਼ਮ ਪਹੁੰਚਦੇ ਨੇ। 29 ਤਰੀਕ ਨੂੰ ਸ਼ਾਮ ਨੂੰ ਕਰੀਬ 5:30 ਵਜੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਇੱਕ ਹੋਰ ਹੁਣ ਸੀਸੀਟੀਵੀ ਸਾਹਮਣੇ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਅਲਟੋ ਕਾਰ ਨਜ਼ਰ ਆਈ, ਉਸ ਦੇ ਵਿੱਚ ਹਮਲਾਵਰ ਬੈਠੇ ਹੋਏ ਨੇ, ਰਸਤੇ ਦੇ ਵਿੱਚ ਇਸ ਕਾਰ ਨੂੰ ਲੁੱਟਿਆ ਜਾਂਦਾ ਹੈ ਤੇ ਉਸ ਦੇ ਪਿੱਛੇ ਬਲੈਰੋ ਗੱਡੀ ਵੀ ਨਜ਼ਰ ਆ ਰਹੀ ਹੈ। ਹਾਲਾਂਕਿ ਜਿਹੜੀਆਂ ਤਿੰਨ ਗੱਡੀਆਂ ਨੇ ਕਰੋਲਾ ਗੱਡੀ, ਬਲੈਰੋ ਗੱਡੀ ਤੇ ਅਲਟੋ ਕਾਰ ਨੂੰ ਮੋਗਾ ਤੋਂ ਪੁਲਿਸ ਦੇ ਵੱਲੋਂ ਬਰਾਮਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਦੂਜੀਆਂ ਜਿਹੜੀਆਂ ਦੋ ਕਾਰਾਂ ਨੇ ਦੋਵੇਂ ਕਾਰਾਂ ਨੇ ਜਿਹੜੀਆਂ ਪੁਲਿਸ ਦੇ ਵੱਲੋਂ ਬਰਾਮਦ ਕਰ ਲਈਆਂ ਗਈਆਂ ਨੇ। ਇਸ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਮੇਰੇ ਸਹਿਯੋਗੀ ਵਿਜੇਪਾਲ ਬਰਾੜ ਜੁੜ ਚੁੱਕੇ ਨੇ। ਵਿਜੇਪਾਲ, ਵਿਸਥਾਰ ਦੇ ਨਾਲ ਇਹਨਾਂ ਸੀਸੀਟੀਵੀ ਤਸਵੀਰਾਂ ਬਾਰੇ ਸਮਝਣਾ ਚਾਹਾਂਗੇ। ਅਲਟੋ ਕਾਰ ਨਜ਼ਰ ਆ ਰਹੀ ਹੈ, ਬਲੈਰੋ ਗੱਡੀ ਨਜ਼ਰ ਆ ਰਹੀ ਹੈ, ਹਾਲਾਂਕਿ ਕਰੋਲਾ ਕਾਰ ਜਿਹੜੀ ਕਿ ਵਾਰਦਾਤ ਵੇਲੇ ਜਿਸੇ ਕਾਰ ਦੇ ਵਿੱਚ ਸਵਾਰ ਹੋ ਕੇ ਸਨ ਉਹ ਕਾਰ ਇਹਨਾਂ ਤਸਵੀਰਾਂ ਦੇ ਵਿੱਚੋਂ ਗਾਇਬ ਹੈ। देखो परविंदर, ਜਿਹੜੀ ਸੀਸੀਟੀਵੀ ਫੁਟੇਜ ਹੈ ਇਹ ਮਾਨਸਾ ਤੋਂ ਜਦੋਂ ਬੁਢਲਾਡਾ ਨੂੰ ਜਾਂਦੇ ਆ ਰਸਤੇ 'ਚ ਇੱਕ ਪਿੰਡ ਆਉਂਦਾ ਪੱਪੀਆਣਾ, ਉਸ ਪਿੰਡ ਦੇ ਵਿੱਚ ਇੱਕ ਘਰ ਦੇ ਬਾਹਰ ਕੈਮਰੇ ਦੀ ਫੁਟੇਜ ਹੈ ਔਰ ਇਹ ਇੱਕ ਪਹਿਲੀ ਐਸੀ ਤਸਵੀਰ ਹੈ ਜਿਹਦੇ 'ਚ ਗੱਡੀਆਂ ਜਿਹੜੀਆਂ ਨੇ ਉਹ ਫਰੰਟ ਤੋਂ ਸਪਸ਼ਟ ਤੌਰ ਤੇ ਸਾਫ਼ ਤੌਰ ਤੇ ਨਜ਼ਰ ਆਉਂਦੀਆਂ ਔਰ ਇਸ ਦੇ ਵਿੱਚ ਜਿਹੜੇ ਬੈਠੇ ਨੇ ਬੰਦੇ ਉਹ ਵੀ ਪਤਾ ਲੱਗਦੇ ਆ ਕਿ ਗੱਡੀ ਦੇ ਵਿੱਚ ਬੰਦੇ ਬੈਠੇ ਆ। ਦੂਸਰੀ ਗੱਲ ਇਸ ਦੇ ਵਿੱਚ ਇਹ ਹੈ ਕਿ ਇਹ ਜਿਹੜੀ ਗੱਡੀ ਸੀ ਅਲਟੋ ਗੱਡੀ ਉਹਨਾਂ ਨੇ ਰਸਤੇ 'ਚ ਲੁੱਟੀ ਸੀ। ਇੱਕ ਪਰਿਵਾਰ ਆਪਣੀ ਗੱਡੀ 'ਚ ਜਾ ਰਿਹਾ ਸੀ, ਦੋ ਭਰਾ ਸੀ, ਉਹਨਾਂ ਦੀ ਪਤਨੀ ਸੀ ਇੱਕ ਦੀ ਤੇ ਉਹਨਾਂ ਦੇ ਬੱਚੇ ਸੀ। ਤਾਂ ਉਸ ਮੌਕੇ ਤੇ ਇਹਨਾਂ ਨੇ ਉਹ ਗੱਡੀ ਨੂੰ ਹਥਿਆਰ ਦਿਖਾ ਕੇ ਉਹਨਾਂ ਤੋਂ ਖੋਹ ਲਿਆ ਤੇ ਉੱਥੋਂ ਇਹ ਗੱਡੀ ਲੈ ਕੇ ਫਰਾਰ ਹੋ ਗਏ। ਯਾਨੀ ਇੱਕ ਚੀਜ਼ ਜੇ ਇਹਨਾਂ ਸੀਸੀਟੀਵੀਆਂ ਨੂੰ ਦੀ ਫੁਟੇਜ ਨੂੰ ਧਿਆਨ ਨਾਲ ਦੇਖੀਏ, ਕਿਉਂਕਿ ਇਹ ਸੀਸੀਟੀਵੀ ਫੁਟੇਜ ਹੈ 5:47 ਦੀ। ਜਿਹੜੀ ਲਾਸਟ ਸੀਸੀਟੀਵੀ ਫੁਟੇਜ ਸੀ ਜਿਹਦੇ ਚ ਗੋਲੀਬਾਰੀ ਦੀਆਂ ਆਵਾਜ਼ਾਂ ਸੁਣਦੀਆਂ ਸੀ ਉਹ ਸੀਸੀਟੀਵੀ ਫੁਟੇਜ ਸੀ 5:29 ਦੀ। ਯਾਨੀ 17-18 ਮਿੰਟ ਦਾ ਫਰਕ ਹੈ ਉਸ ਘਟਨਾਕ੍ਰਮ ਦੇ ਵਿੱਚ ਔਰ ਇਸ ਫੁਟੇਜ ਦੇ ਵਿੱਚ ਤਸਵੀਰਾਂ ਸਾਹਮਣੇ ਆਉਣ ਦੇ ਵਿੱਚ। ਦੂਜੀ ਗੱਲ ਜਿਹੜੀ ਕਰੋਲਾ ਗੱਡੀ ਹੈ, ਕਰੋਲਾ ਗੱਡੀ ਜਿਹੜੀ ਬਿਲਕੁਲ ਸਿੱਧੂ ਮੂਸੇਵਾਲੇ ਦਾ ਪਿੱਛਾ ਕਰ ਰਹੀ ਸੀ ਔਰ ਜਦੋਂ ਉਹਨਾਂ ਨੇ ਉਹ ਟਰਨ ਲਿਆ ਜਿੱਥੇ ਗੋਲੀਆਂ ਦੀ ਆਵਾਜ਼ ਆਈ, ਉਹ ਟਰਨ ਲੈ ਕੇ ਉਹਨਾਂ ਨੇ ਉਹ ਗੱਡੀ ਮੂਸੇਵਾਲਾ ਦੀ ਥਾਰ ਦੇ ਵਿੱਚ ਮਾਰੀ, ਉਹਨੂੰ ਹਿੱਟ ਕੀਤਾ ਕਰੋਲਾ ਗੱਡੀ ਦੇ ਨਾਲ। ਔਰ ਜਦੋਂ ਉਹ ਹਿੱਟ ਕੀਤਾ ਤਾਂ ਉਹ ਕਾਰ ਦਾ ਦਰਵਾਜ਼ਾ ਜਿਹੜਾ ਉਹ ਅੰਦਰ ਨੂੰ ਪ੍ਰੈਸ ਹੋ ਗਿਆ, ਕਾਰ ਦੀ ਬਾਰੀ ਜਿਹੜੀ ਸੀ ਉਹ ਅੰਦਰ ਨੂੰ ਪ੍ਰੈਸ ਹੋ ਗਈ, ਫਸ ਗਈ। ਇਸ ਕਰਕੇ ਉਹਨਾਂ ਹਮਲਾਵਰਾਂ ਨੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜਿਹੜੀ ਕਰੋਲਾ ਗੱਡੀ ਸੀ ਉੱਥੇ ਛੱਡਤੀ ਔਰ ਉਸ ਤੋਂ ਬਾਅਦ ਜਿੱਥੇ ਉਹਨਾਂ ਨੇ ਕਰੋਲਾ ਗੱਡੀ ਛੱਡੀ ਉੱਥੇ ਇੱਕ ਪਰਿਵਾਰ ਅਲਟੋ ਤੋਂ ਲੰਘ ਰਿਹਾ ਸੀ ਤਾਂ ਉਹਨਾਂ ਨੇ ਹਥਿਆਰ ਦਿਖਾ ਕੇ ਉਹ ਪਰਿਵਾਰ ਤੋਂ ਇਹ ਅਲਟੋ ਗੱਡੀ ਲੁੱਟ ਲਈ ਤੇ ਉਸ ਤੋਂ ਬਾਅਦ ਇਹ ਉਸ ਗੱਡੀ ਦੇ ਵਿੱਚ ਬੈਠ ਕੇ ਨਿਕਲ ਗਏ। ਤਾਂ ਕਰਕੇ ਇਹ ਦੋ ਗੱਡੀਆਂ ਨਜ਼ਰ ਆ ਰਹੀਆਂ ਨੇ, ਇੱਕ ਬਲੈਰੋ ਹੈ ਇੱਕ ਅਲਟੋ ਹੈ ਔਰ ਇਹ ਮਾਨਸਾ ਬੁਢਲਾਡਾ ਨੂੰ ਜਿਹੜੀ ਸੜਕ ਜਾਂਦੀ ਹੈ ਉੱਥੇ ਬੱਪੀਆਣੇ ਪਿੰਡ ਦੀਆਂ, ਯਾਨੀ ਇਸ ਕਤਲकांड ਤੋਂ 16-17 ਮਿੰਟ ਬਾਅਦ ਦੀ ਇਹ ਫੁਟੇਜ ਹੈ। ਉਸ ਤੋਂ ਬਾਅਦ ਇਹ ਇੱਕ ਚੀਜ਼ ਇਹ ਹੋਰ ਤਸਦੀਕ ਕਰਦੀ ਹੈ ਪਰਮਿੰਦਰ ਇਹ ਸੀਸੀਟੀਵੀ ਫੁਟੇਜ ਕਿ ਉਸ ਕਤਲकांड ਤੋਂ ਕਰੀਬ 20 ਮਿੰਟ ਤੱਕ ਇਹ ਜਿਹੜੇ ਕਾਤਲ ਨੇ ਸਾਰੇ ਇਹ ਇਕੱਠੇ ਚੱਲ ਰਹੇ ਸੀ। ਉਸ ਤੋਂ ਬਾਅਦ ਫਿਰ ਅੱਗੇ ਇਹ ਗੱਡੀ ਉੱਥੋਂ ਮਾਨਸਾ ਜਿਹੜੀ ਸੁਨਾਮ ਭਵਾਨੀਗੜ੍ਹ ਕੋਲ ਸੜਕ ਆਉਂਦੀ ਹੈ ਉਸ ਸੜਕ ਤੇ ਚੜੇ ਨੇ, ਫਿਰ ਇਹ ਉਧਰੋਂ ਬਰਨਾਲਾ ਸਾਈਡ ਹੋ ਕੇ ਉਧਰੋਂ ਮੋਗੇ ਵਾਲੀ ਸੜਕ ਵੱਲ ਪਹੁੰਚ ਗਏ। ਸੋ ਉਸ ਤਰੀਕੇ ਨਾਲ ਇਹ ਗੱਡੀ ਜਿਹੜੀ ਅਲਟੋ ਹੈ ਇਹ ਮੋਗੇ ਦੇ ਧਰਮਕੋਟ ਕੋਲੇ ਜਾ ਕੇ ਖੇਤਾਂ 'ਚ ਖਾਲੀ ਖੜੀ ਬਰਾਮਦ ਹੁੰਦੀ ਹੈ, ਉੱਥੇ ਇਹ ਛੱਡ ਕੇ ਭੱਜ ਗਏ ਸੀ। ਯਾਨੀ ਪੁਲਿਸ ਦੇ ਵੀ ਜਿਹੜੇ ਇੰਟਰਨਲ ਸੋਰਸਿਸ ਨੇ ਉਹ ਦੱਸਦੇ ਨੇ ਕਿ ਇਹ ਸਾਰੇ ਉਸ ਤੋਂ ਬਾਅਦ ਇਕੱਠੇ ਫਰਾਰ ਨਹੀਂ ਹੋਏ, ਇਹ ਖਿੱਲਰ ਗਏ ਔਰ ਅੱਡੋ-ਅੱਡੀ ਇਹ ਜਿਹੜੇ ਨੇ ਫਰਾਰ ਹੋਏ ਨੇ। ਇਸੇ ਕਰਕੇ ਪੁਲਿਸ ਦੀਆਂ ਜਿਹੜੀਆਂ ਨੇ 20 ਤੋਂ ਜ਼ਿਆਦਾ 20-25 ਟੀਮਾਂ ਜਿਹੜੀਆਂ ਨੇ ਉਹ ਇਹਨਾਂ ਦੇ ਪਿੱਛੇ ਲੱਗੀਆਂ ਹੋਈਆਂ ਨੇ ਔਰ ਉਹ ਕਿਉਂਕਿ ਪੁਲਿਸ ਦੇ ਆਪਰੇਸ਼ਨ ਦਾ ਇੱਕ ਹਿੱਸਾ ਹੈ, ਇਸ ਕਰਕੇ ਪੁਲਿਸ ਇਸ ਚੀਜ਼ ਦਾ ਬਿਲਕੁਲ ਵੀ ਕੋਈ ਖੁਲਾਸਾ ਨਹੀਂ ਕਰ ਰਿਹਾ ਜਾਂ ਕੋਈ ਵੀ ਨਹੀਂ ਦੱਸ ਰਹੇ ਔਰ ਇਹ ਸ਼ਾਇਦ ਠੀਕ ਗੱਲ ਵੀ ਹੈ ਕਿਉਂਕਿ ਜਦੋਂ ਤੱਕ ਪੁਲਿਸ ਕਿਸੇ ਸਿੱਟੇ ਤੇ ਨਹੀਂ ਪਹੁੰਚਦੀ ਉਦੋਂ ਤੱਕ ਪੁਲਿਸ ਜਾਣਕਾਰੀ ਸਾਂਝੀ ਨਹੀਂ ਕਰਦੀ, ਕਿਉਂਕਿ ਕਿਤੇ ਨਾ ਕਿਤੇ ਫਿਰ ਉਹਨਾਂ ਦੀ ਕੱਲ ਨੂੰ ਜੇ
ਉਹ ਵੀ ਤੇ ਮੀਡੀਆ ਦੇ ਨਾਲ ਇਨ ਟੱਚ ਰਹਿੰਦੇ ਆ, ਸਾਰੀਆਂ ਖਬਰਾਂ ਵੀ ਦੇਖਦੇ ਆ, ਸਭ ਕੁਝ, ਤਾਂ ਕੱਲ ਨੂੰ ਅਲਰਟ ਹੋ ਜਾਂਦਾ ਬੰਦਾ, ਤਾਂ ਫਿਰ ਉਹ ਹੋ ਸਕਦਾ ਕਿ ਪੁਲਿਸ ਦੀ ਪਹੁੰਚ ਤੋਂ ਹੋਰ ਕਿਤੇ ਭੱਜ ਜਾਣ ਜਿੱਥੇ ਪੁਲਿਸ ਨੇ ਉਹਨਾਂ ਨੂੰ ਦੇਖਿਆ ਹੋਵੇ ਜਾਂ ਉਹਨਾਂ ਦੀ ਲੋਕੇਸ਼ਨ ਬਾਰੇ ਪੁਲਿਸ ਜਾਂਚ ਰਹੀ ਹੋਵੇ। ਸੋ ਇਹ ਸੀਸੀਟੀਵੀ ਫੁਟੇਜ ਪਰਮਿੰਦਰ ਮੋਟੇ ਤੌਰ ਤੇ ਦੋ ਚੀਜ਼ਾਂ ਦੱਸਦੀ ਹੈ ਕਿ ਇੱਕ ਕਰੋਲਾ ਗੱਡੀ ਜਦੋਂ ਉਹਨਾਂ ਨੇ ਛੱਡਤੀ, ਆਲਟੋ ਲੁੱਟੀ, ਹਰਿਆਣਾ ਨੰਬਰ ਦੀ ਆਲਟੋ ਹੈ, ਉਸ ਆਲਟੋ ਤੇ ਭੱਜੇ ਔਰ ਬਾਅਦ ਦੇ ਵਿੱਚ ਇਹ ਆਲਟੋ ਮੋਗਾ ਦੇ ਧਰਮਕੋਟ ਤੋਂ ਬਰਾਮਦ ਹੁੰਦੀ ਹੈ। ਔਰ ਦੂਜੀ ਗੱਲ ਕਿ ਇਹ ਕਰੀਬ 20 ਮਿੰਟ ਤੱਕ, ਕਿਉਂਕਿ ਇਹ 47 ਦੀ ਫੁਟੇਜ ਹੈ ਤਾਂ ਹੋਰ ਵੀ ਅੱਗੇ ਹੋ ਸਕਦਾ ਹੈ, ਇਹ 5, 10, 15, 20 ਮਿੰਟ ਅੱਗੇ ਗਏ ਹੋਣ ਇਕੱਠੇ, ਉਸ ਤੋਂ ਬਾਅਦ ਇਹ ਅੱਡੋ ਅੱਡੀ ਹੋਏ ਹੋਣ, ਅੱਡੋ ਅੱਡੀ ਭੱਜੇ ਹੋਣ। ਤਾਂ ਇਹ ਫੁਟੇਜ ਤਸਦੀਕ ਕਰਦੀ ਹੈ ਕਿ ਉਹ ਜਿਹੜੇ ਕਾਤਲ ਸੀ, ਹਮਲਾਵਰ ਸੀ, ਉਹ ਇਹਨਾਂ ਦੋ ਗੱਡੀਆਂ ਦੇ ਵਿੱਚ ਉੱਥੋਂ ਫਰਾਰ ਹੋਏ ਨੇ ਔਰ ਕਰੀਬ 20 ਮਿੰਟ ਤੱਕ ਇਹ ਇਕੱਠੇ ਸੀ। ਅੱਛਾ ਵਿਜੇਪਾਲ, ਨਾਲ ਇੱਕ ਹੋਰ ਅਹਿਮ ਸਵਾਲ ਹੈ, ਪਿੰਡ ਜਵਾਰਕੇ ਦੇ ਵਿੱਚ ਕਰੀਬ 5:29 ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ, ਫਿਰ 5:47 ਦੀਆਂ ਤਸਵੀਰਾਂ ਨੇ ਪਿੰਡ ਬੱਪੀਆਣਾ ਦੀਆਂ। ਪਿੰਡ ਜਵਾਰਕੇ ਤੇ ਪਿੰਡ ਬੱਪੀਆਣਾ ਦਾ ਜੇਕਰ ਫਾਸਲੇ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਕਿਲੋਮੀਟਰ ਦੀ ਆਪਸ ਦੇ ਵਿੱਚ ਵਕਫਾ ਹੈ? ਇਹ ਕਰੀਬ 25 ਕਿਲੋਮੀਟਰ, 25 ਤੋਂ 30 ਕਿਲੋਮੀਟਰ ਆਪਾਂ ਕਹਿ ਸਕਦੇ ਹਾਂ। 25 ਕਿਲੋਮੀਟਰ ਦਾ ਜਿਹੜਾ ਅੰਦਾਜ਼ਾ ਹੈ ਜੋ ਉਹਨਾਂ ਨੇ 15 ਮਿੰਟ ਦੇ ਵਿੱਚ, ਕਿਉਂਕਿ ਉਹ ਬੜੀ ਤੇਜ਼ ਗੱਡੀਆਂ ਜਿਹੜੀਆਂ ਸੀ ਉਹ ਗਈਆਂ, ਤਾਂ ਉਹਨਾਂ ਨੇ 15 ਤੋਂ 20 ਮਿੰਟ ਦੇ ਵਿੱਚ ਇਹ ਦੂਰੀ ਤੈਅ ਕੀਤੀ ਮਾਨਸਾ ਬਟਾਲਾ ਵਾਲੀ ਸੜਕ ਤੇ। ਸੋ 25 ਕਿਲੋਮੀਟਰ ਆਪਾਂ ਕਹਿ ਸਕਦੇ ਹਾਂ, ਐਗਜ਼ੈਕਟ ਹੋ ਸਕਦਾ ਕੋਈ 2-3 ਕਿਲੋਮੀਟਰ ਵੱਧ ਘੱਟ ਹੋਵੇ, ਪਰ 25 ਦੇ ਕਰੀਬ ਜਿਹੜਾ ਹੈ ਇਹ ਡਿਸਟੈਂਸ ਪੈਂਦਾ ਬੱਪੀਆਣਾ ਦਾ ਜਵਾਰਕੇ ਤੋਂ। ਉੱਥੋਂ ਇਹ ਸੜਕ ਅੱਗੇ ਬੁਢਲਾਡੇ ਨੂੰ ਜਾਂਦੀ ਹੈ, ਫਿਰ ਅੱਗੇ ਸੁਨਾਮ ਵਾਲੀ ਸੜਕ ਜਿਹੜੀ ਹੈ, ਸੁਨਾਮ ਵਾਲੀ ਸੜਕ ਤੁਸੀਂ ਚੜ ਜਾਂਦੇ ਹੋ, ਸੁਨਾਮ ਵਾਲੀ ਸੜਕ ਚੋਂ ਇਹ ਭਵਾਨੀਗੜ੍ਹ ਤੱਕ ਨਹੀਂ ਗਏ, ਇਹ ਚੀਜ਼ ਸਾਫ਼ ਹੈ, ਕਿਉਂਕਿ ਸੁਨਾਮ ਵਾਲੀ ਜਿਹੜੀ ਸੜਕ ਹੈ ਉਹ ਭਵਾਨੀਗੜ੍ਹ ਤੋਂ ਆ ਕੇ ਫਿਰ ਅੱਗੇ ਜਿਹੜੀ ਇਹ ਪਟਿਆਲਾ ਜ਼ੀਰਕਪੁਰ ਵਾਲੀ ਸੜਕ ਤੇ ਚੜ੍ਹਦੀ ਹੈ। ਪਰ ਵਿੱਚੋਂ ਵੀ ਕਈ ਸੜਕਾਂ ਪਾੜਦੀਆਂ ਨੇ ਜਿਹੜੀਆਂ ਸੰਗਰੂਰ ਵਾਲੇ ਪਾਸੇ ਵੀ ਜਾਂਦੀਆਂ ਨੇ, ਸੁਨਾਮ ਤੋਂ ਉਧਰਲੇ ਪਾਸੇ ਵੀ ਇਹ ਕਿਸੇ ਤਰੀਕੇ ਨਾਲ, ਹੁਣ ਇਹਨਾਂ ਨੇ ਉਹਨਾਂ ਚੋਂ ਕਿਹੜਾ ਰੂਟ ਫੜਿਆ ਕਿ ਅੱਗੇ ਮੋਗੇ ਵਾਲੇ ਪਾਸੇ ਨਿਕਲ ਗਏ। ਸੋ ਇਸ ਤਰੀਕੇ ਨਾਲ ਇਹਨਾਂ ਨੇ ਕੋਈ ਵਿਚਲੀਆਂ ਸੜਕਾਂ ਫੜ ਕੇ ਇਹ ਉਧਰ ਦੀ ਨਿਕਲੇ ਨੇ, ਤੇ ਉਹ ਵਿਚਲੀਆਂ ਸੜਕਾਂ ਥਾਣੀ ਆ ਕੇ ਜਿਹੜੀ ਇਹ ਵੱਡੀ ਸੜਕ ਹੈ ਜਿਹੜੀ ਜ਼ੀਰਕਪੁਰ ਤੋਂ ਬਠਿੰਡਾ ਤੱਕ ਜਾਂਦੀ ਹੈ, 1 ਵੇ ਹਾਈਵੇ, ਉਹ ਸੜਕ ਤੇ ਕਿਤੇ ਆ ਕੇ ਤੇ ਉੱਥੋਂ ਅੱਗੇ ਮੋਗੇ ਵੱਲ ਇਹ ਗਏ ਨੇ ਜਿੱਥੇ ਇਹਨਾਂ ਨੇ ਗੱਡੀ ਛੱਡੀ ਹੈ। ਪਰ ਅੱਡੋ ਅੱਡੀ ਭੱਜੇ ਨੇ, ਇਹ ਜਾਣਕਾਰੀ ਜਿਹੜੀ ਹੈ ਇਹ ਪੁਲਿਸ ਦੇ ਸੋਰਸਿਸ ਜ਼ਰੂਰ ਦੱਸਦੇ ਹੈ। ਠੀਕ ਹੈ ਵਿਜੇਪਾਲ, ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੇ ਸਹਿਯੋਗੀ ਵਿਜੇਪਾਲ ਬਰਾੜ ਦੇ ਵੱਲੋਂ ਬੜੇ ਵਿਸਥਾਰ ਦੇ ਨਾਲ ਪੂਰੀਆਂ ਸੀਸੀਟੀਵੀ ਤਸਵੀਰਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਕਿ 29 ਮਈ ਦੀਆਂ ਤਸਵੀਰਾਂ ਨੇ ਸ਼ਾਮ ਨੂੰ 5:47 ਦੀਆਂ, ਕਿਉਂਕਿ ਜਿਹੜੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਪਿੰਡ ਜਵਾਰਕੇ ਦੇ ਵਿੱਚ, ਜਿਹੜੀ ਉਹ ਸੀਸੀਟੀਵੀ ਸਾਹਮਣੇ ਆਈ ਸੀ ਉਸ ਦੀ ਜੇਕਰ ਟਾਈਮਿੰਗ ਦੀ ਗੱਲ ਕੀਤੀ ਜਾਵੇ ਤਾਂ 5:29 ਸੀ। 5:29 ਦੇ ਵਿੱਚ ਪਿੰਡ ਜਵਾਰਕੇ ਦੇ ਵਿੱਚ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤੇ 5:47 ਤੇ ਪਿੰਡ ਬੱਪੀਆਣਾ ਦੀਆਂ ਤਸਵੀਰਾਂ ਜਿਹੜੀਆਂ ਨੇ ਸੀਸੀਟੀਵੀ ਤਸਵੀਰਾਂ ਸਾਹਮਣੇ ਆਉਂਦੀਆਂ, ਜਿੱਥੇ ਕਿ ਰਸਤੇ ਦੇ ਵਿੱਚ ਸਾਫ਼ ਤੌਰ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਰਸਤੇ ਦੇ ਵਿੱਚ ਕਰੋਲਾ ਗੱਡੀ ਛੱਡ ਦਿੱਤੀ ਜਾਂਦੀ ਹੈ, ਇੱਕ ਅਲਟੋ ਕਾਰ ਨੂੰ ਲੁੱਟਿਆ ਜਾਂਦਾ ਹੈ। ਅਲਟੋ ਕਾਰ ਦੇ ਵਿੱਚ ਸਵਾਰ ਹੁੰਦੇ ਨੇ, ਪਿੱਛੇ ਬਲੈਰੋ ਗੱਡੀ ਨਜ਼ਰ ਆ ਰਹੀ ਹੈ ਤੇ ਇਸੇ ਦੌਰਾਨ ਹੀ ਇਹ ਮੁਲਜ਼ਮ, ਇਹ ਬਦਮਾਸ਼ ਮੌਕੇ ਤੋਂ ਫਰਾਰ ਹੋ ਜਾਂਦੇ ਨੇ।